ਓਏ ਸਰਫਰਾਜ਼ ਡੋਗਰ ਕਿੱਡਾ ਤੂੰ ਬਗੈਰਤ ਦਾ ਬੱਚਾ ਹੈ, ਬਗੈਰਤ ਮਾਂ ਦਾ ਪੁੱਤਰ ਹੈ। ਬਸ਼ਰਮਾ ਆਪਣੀ ਕਦੀ ਤਸਵੀਰ ਦੇਖ, ਆਪਣੇ ਆਪ ਨੂੰ ਆਈਨੇ 'ਚ ਦੇਖ, ਕੀ ਤੇਰੇ ਤੇ ਅੱਲਾ ਨੇ ਲਾਹਨਤਾਂ ਪਾਈ ਗਈਆਂ। ਇਸ ਕਰਕੇ ਕਿ ਬਸ਼ਰਮਾ ਐਡੀ ਵੱਡੀ ਸੀਟ ਤੇ ਬੈਠ ਕੇ ਤੂੰ ਇਨਸਾਫ ਹੀ ਨਹੀਂ ਕਰ ਰਿਹਾ। ਤੇਰੀ ਜੰਮਣ ਵਾਲੀ ਤੇ ਲਾਨਤ, ਤੇਰੀ ਜੰਮਣ ਵਾਲੀ ਨੂੰ ਅੱਲਾ ਪਾਕ ਤੌਬਾ ਨੌਜ਼ ਬਿਲਾ ਦੋਜ਼ਖ ਦੀ ਅੱਗ 'ਚ ਸਾੜੇਗਾ ਕਿ ਤੂੰ ਐਸਾ ਬੇਸ਼ਰਮ ਬੱਚਾ ਪੈਦਾ ਕਰਕੇ ਆਈ। ਜਿੰਨ ਜਾਨ ਪਾਕਿਸਤਾਨ ਜੀ, ਯਾਇਆ ਫਰੀਦੀ ਉਸ ਤੋਂ ਵੱਡਾ ਬਗੈਰਤ ਹੋਇਆ। ਬਗੈਰਤਾਂ ਦਾ ਟੋਲਾ ਸਾਡੇ ਹੀ ਵਸ ਪਾਣਾ ਸੀ ਇਹਨਾਂ ਨੇ। ਦੇਖੋ ਆਸਮ ਮਨੀਰ ਕੈਸਾ ਬੇਸ਼ਰਮ ਆਦਮੀ ਹੈ, ਕਿੱਥੋਂ ਕਿੱਥੋਂ ਕੱਢ ਕੇ ਲਿਆਇਆ ਜੱਜਾਂ ਨੂੰ। ਇਹ ਖੱਚ ਕੁਈਨ ਜਿਹੜੀ ਸਾਰਾ ਕੁਝ ਹੀ ਖਿੱਚ ਲੈਂਦੀ ਹੈ। ਇਸ ਕਰਕੇ ਮੈਂ ਇਹਦਾ ਨਾਮ ਖੱਚ ਕੁਈਨ ਰੱਖਿਆ ਹੈ। ਮਾਫੀ ਨਹੀਂ ਗਈ ਜਿੰਨ ਜਾਨ ਪਾਕਿਸਤਾਨ ਜੀ। ਪੈਸਾ ਆਣਾ ਚਾਹੀਦਾ ਭਾਵੇਂ ਕਿਸੇ ਸੂਰਤ ਚ ਆਵੇ। ਦੇਖਿਆ ਨਹੀਂ ਤੋਸ਼ਾ ਖਾਨਾ ਚ ਲੈ ਕੇ ਗੱਡੀ ਤੇ BMW ਵੇਚ ਕੇ ਉਤੋਂ ਕਹਿੰਦੀ ਮੇਰੇ ਕੋਲ ਤਾਂ BMW ਕੋਈ ਆਈ ਨਹੀਂ ਸੀ। ਉਹ ਮਨਸੂਰ ਲੌਂਡੇ ਨੇ ਫਿਰ ਇਹਨੂੰ ਦੱਸਿਆ, ਕਿਉਂਕਿ ਉਹ ਵੀ ਬੜਾ ਵੱਡਾ ਬੇਗਾਰਤ ਹੈ ਮਨਸੂਰ ਲੌਂਡਾ। ਉਹ ਮੁਨੀਬ ਫਰੂਕੀ ਉਹ ਵੀ ਗਲਾ ਸ਼ੈਤਾਨ ਦਾ ਬੱਚਾ। ਉਹ ਐਵੇਂ ਤੜੀਆਂ ਲਾਉਂਦਾ ਰਹਿੰਦਾ ਐਸੀ ਦੀ ਤੈਸੀ। ਫੈਸਲ ਵਾਡਾ ਤੇਰੀ ਐਸੀ ਦੀ ਤੈਸੀ, ਉਹ ਤੇਰੀ ਮਾਂ ਦੀ ਵੀ ਐਸੀ ਦੀ ਤੈਸੀ ਦੱਲਿਆ ਬਗੈਰਤਾ। ਤੂੰ ਕਿਸ ਹਿਸਾਬ ਚ ਹੈ? ਉਹ ਬਗੈਰਤਾ ਦੱਲਿਆ ਕਦੀ ਆਪਣੇ ਵੱਲ ਦੇਖਿਆ ਹੀ? ਗਿਰੇਵਾਨ ਚ ਮੂੰਹ ਪਾਇਆ ਹੀ? ਤੈਨੂੰ ਕੌਣ ਜਾਣਦਾ ਸੀ? ਅੱਜ ਤੂੰ ਸੈਨੇਟਰ ਬਣਿਆ ਹੈ ਕਿਹਦੀ ਵਜ੍ਹਾ ਤੋਂ? ਸਿਰਫ ਇਮਰਾਨ ਖਾਨ। ਤੂੰ ਐਸੀ ਬਗੈਰਤ ਮਾਂ ਦਾ ਬੱਚਾ, ਮੈਂ ਭੁੱਲ ਹੀ ਗਿਆ ਸਾਰਾ ਕੁਝ। ਹੁਣ ਤੂੰ ਅੱਜ ਕੱਲ ਉਹਨਾਂ ਚੋਰਾਂ ਦੇ ਕਹਿਣ ਤੇ, ਜਿਹੜੇ ਡਾਕੂ ਨੇ ਪਾਕਿਸਤਾਨ ਦੇ ਅਸਲ 17 ਸਾਲਾਂ ਤੋਂ ਪਾਕਿਸਤਾਨ ਨੂੰ ਲੁੱਟਣ ਵਾਲੇ, ਅੱਜ ਕੱਲ ਤੂੰ ਉਹਨਾਂ ਦੇ ਥੱਲੇ ਲੰਮਾ ਪਿਆ ਹੈ, ਸ਼ੋਰਿਆ ਉਹਨਾਂ ਦੇ ਬਗੈਰਤਾ, ਉਹਨਾਂ ਦੇ ਤਲਵੇ ਚੱਟ ਰਿਹਾ ਤੇ ਕਹਿੰਦਾ ਐਸੀ ਦੀ ਤੈਸੀ। ਉਹਨਾਂ ਨੇ ਤੈਨੂੰ ਕੁੱਤਿਆ ਰੱਖਿਆ ਹੈ ਕਿ ਜਾ ਕੇ ਟੀਵੀ ਤੇ ਬੈਠ ਤੇ ਭੌਂਕ। ਤੂੰ ਭੌਂਕਣ ਵਾਲਾ ਕੁੱਤਾ ਹੈ ਜਿਹੜਾ ਟੀਵੀ ਤੇ ਬੈਠ ਕੇ ਭੌਂਕਦਾ। ਇੱਕ ਤਾਂ ਕੁੱਤਾ ਆਪਣੀ ਅੱਲਾ ਮਾਫੀ ਦੇਵੇ ਮਜਬੂਰੀ ਨੂੰ ਭੌਂਕਦਾ ਨਾ, ਤੂੰ ਹਰ ਵੇਲੇ ਦਾ ਭੌਂਕਾ ਹੈ। ਪੰਜਾਬੀ ਚ ਕਹਿੰਦੇ ਨੇ ਭੌਂਕਾ, ਤੇ ਉਹ ਮਿਸਾਲ ਕੁੱਤੇ ਦੀ। ਭੌਂਕਦਾ ਸਿਰਫ ਕੁੱਤਾ ਹੈ, ਤੂੰ ਭੌਂਕਾ। ਬਸ਼ਰਮ ਆਦਮੀ, ਕੋਈ ਹਯਾ ਕਰ, ਕੋਈ ਹਯਾ ਦਾ ਦਾਰੂ ਪੀ। ਇਹਨਾਂ ਨੇ ਤੇ ਚਲੇ ਜਾਣਾ ਵਾ ਬਾਰਕਾਂ ਚ ਵਾਪਸ। ਆ ਰਿਹਾ ਵਕਤ, ਤੂੰ ਆਪਣੀ ਖੈਰ ਮਨਾ ਕਿ ਤੇਰੇ ਨਾਲ ਕੀ ਹੋਣਾ। ਕਿਉਂਕਿ ਜੋ ਤੂੰ ਕਰ ਦਿੱਤਾ ਹੈ ਨਾ, ਜੋ ਤੂੰ ਕਰ ਰਿਹਾ ਹੈ, ਐਸੇ ਕੇਸ ਤੇਰੇ ਤੇ ਬਣਨੇ ਨੇ ਬਸ਼ਰਮ ਦੇ ਆ ਬੱਚਿਆ ਕਿ ਤੂੰ ਸਾਰੀ ਜ਼ਿੰਦਗੀ ਜੇਲ੍ਹ ਚ ਰੁੱਲ। ਜੋ ਤੂੰ ਕਰ ਰਿਹਾ ਹੈ, ਤੈਨੂੰ ਤਾਂ ਲੋਕਾਂ ਨੇ ਛਿੱਤਰ ਮਾਰ ਕੇ ਹੀ ਮਾਰ ਦੇਣਾ। ਆ ਜੇ ਤੂੰ ਆਪਣੇ ਪਿਓ ਦਾ ਪੁੱਤਰ ਹੈ, ਸ਼ਾਰਾ ਫੈਸਲ ਤੇ ਐਲਾਨ ਕਰਕੇ ਕਿ ਮੈਂ ਆ ਰਿਹਾ, ਦੇਖ ਤੇਰਾ ਹਾਲ ਕੀ ਕਰਦੀ ਆਵਾਮ। ਕਰਾਚੀ ਦੇ ਲੋਕ ਤੇਰੇ ਮੂੰਹ ਤੇ ਛਿੱਤਰ ਮਾਰਨਗੇ। ਬੁੱਢੀ ਮੂੰਹਿਆ ਬਗੈਰਤਾ। ਸਪਲਾਇਰ ਆ ਤੂੰ। ਐ ਸਪਲਾਇਰ ਚ ਜਿੰਨ ਜਾਨ ਜੀ ਬੜਾ ਵੱਡਾ। ਹਾਂ, ਆਰਮੀ ਜਰਨੈਲਾਂ ਦਾ, ਕਿਉਂਕਿ ਉਹਨਾਂ ਨੂੰ ਤੇ ਹਰ ਵੇਲੇ ਹਰ ਰਾਤ ਨਵੀਂ ਬੁੱਢੀ ਚਾਹੀਦੀ। ਕਦੀ ਉਹਨਾਂ ਨੇ ਆਪਣੇ ਘਰਾਂ 'ਚ ਨਜ਼ਰ ਨਹੀਂ ਮਾਰੀ ਕਿ ਉਹਨਾਂ ਦੇ ਘਰ 'ਚ ਕੌਣ ਮੌਜਾਂ ਲੈ ਰਹੇ ਨੇ। ਮੁਲਾਜ਼ਮ ਇਹ ਤੇ ਮੱਕਾ ਫਾਤੇ ਅਮਲ ਹੈ ਜਿੰਨ ਜਾਨ ਪਾਕਿਸਤਾਨ ਜੀ। ਜਦੋਂ ਤੁਸੀਂ ਕੁਝ ਕਰੋਗੇ ਤੁਹਾਨੂੰ ਬਕਾਇਦਾ ਜਵਾਬ ਮਿਲੇਗਾ। ਉਹੀ ਉਸੇ ਤਰ੍ਹਾਂ ਹੀ ਜਵਾਬ ਮਿਲੇਗਾ। ਹਾਂ, ਇਹ ਪੱਕੀ ਗੱਲ ਹੈਗੀ ਹੈ, ਮੇਰੀ ਅਜ਼ਮਾਈ ਗੱਲ ਹੈ। ਮੇਰੀ 65 ਸਾਲ ਉਮਰ ਹੈ। ਜਿੰਨ ਜਾਨ ਪਾਕਿਸਤਾਨ ਜੀ, ਮੈਂ ਕਸਮੀਆ ਤੌਰ ਤੇ ਕਹਿਣਾ, ਖੁਦਾ ਦੀ ਕਸਮੇ ਔਰਤਾਂ ਹੀ ਉਹਨਾਂ ਦੀਆਂ ਖਰਾਬ ਹੋਈਆਂ ਜਿਹੜੇ ਆਪ ਖਰਾਬ ਨੇ। ਮੈਂ ਤੁਹਾਨੂੰ ਹਕੀਕਤ ਕਹਿਣਾ। ਤੇ ਜਿਨ੍ਹਾਂ ਨੇ ਦਰਗੁਜ਼ਰ ਕੀਤੀ ਹੈ, ਉਹਨਾਂ ਦੀਆਂ ਘਰ ਦੀਆਂ, ਉਹਨਾਂ ਦੀਆਂ ਬੀਵੀਆਂ ਨੇ ਉਹਨਾਂ ਦਾ ਪਾਣੀ ਭਰਿਆ, ਕਿਉਂਕਿ ਉਹਨਾਂ ਨੂੰ ਪਤਾ ਸਾਡਾ ਖਾਮਦ ਬਦਕਾਰ ਨਹੀਂ ਹੈ। ਜਿਸ ਲਈ ਔਰਤ ਨੂੰ ਪਤਾ ਲੱਗਦਾ ਨਾ ਕਿ ਮੇਰਾ ਖਾਮਦ ਬਦਕਾਰ ਹੈ, ਤੇ ਫਿਰ ਉਹ ਬਰਦਾਸ਼ਤ ਨਹੀਂ ਕਰਦੀ, ਭਾਵੇਂ ਜਨਰਲ ਦੀ ਬੁੱਢੀ ਹੋਵੇ ਤੇ ਭਾਵੇਂ ਕਰਨਲ ਦੀ ਬੁੱਢੀ ਹੋਵੇ। ਮੈਂ ਕਈ ਮਿਸਾਲਾਂ ਨੇ ਮੇਰੇ ਆਪਣੀਆਂ ਅੱਖਾਂ ਸਾਹਮਣੇ ਮੈਂ ਦੇਖਿਆ ਹਰ ਚੀਜ਼ ਕਿ ਯਾਰ
ਫਿਰ ਮੈਂ ਸੋਚਿਆ ਕਿ ਆਹੋ ਇਹਦਾ ਤਾਂ ਖਾਵਨ ਗੱਲਾਂ ਬਦਕਾਰ। ਮੈਂ ਤੁਹਾਨੂੰ ਹਕੀਕਤ ਕਹਿਣਾ, ਸ਼ਾਦੀ ਤੋਂ ਪਹਿਲੇ ਉਹ ਇੱਕ ਹੋਰ ਗੱਲ ਹੈ, ਸ਼ਾਦੀ ਤੋਂ ਬਾਅਦ ਜਿੰਨੇ ਬਦਕਾਰੀਆਂ ਕੀਤੀਆਂ ਨੇ ਨਾ ਉਹਨਾਂ ਦੀਆਂ ਬੁੱਢੀਆਂ ਖਰਾਬ ਹੋ ਗਈ। ਤੇ ਤੁਹਾਨੂੰ ਮੈਂ ਮੇਰੀ ਨਸੀਹਤ ਹੀ ਹੈ, ਜਿਹੜੇ ਗੈਰ ਸ਼ਾਦੀशुदा ਮੇਰੀ ਇਹ ਗੱਲ ਸੁਣ ਰਹੇ ਨੇ ਉਹਨਾਂ ਨੂੰ ਵੀ ਤੇ ਸ਼ਾਦੀशुदा ਨੂੰ, ਜੇ ਅਗਰ ਤੁਸੀਂ ਸ਼ਾਦੀशुदा ਹੋ ਤੇ ਮਤ ਜ਼ਨਾ ਕਰੋ, ਜੇ ਅਗਰ ਤੁਸੀਂ ਕੁਆਰੇ ਹੋ ਤੇ ਤੁਸੀਂ ਵੀ ਮਤ ਜ਼ਨਾ ਕਰੋ, ਸਬਰ ਕਰੋ। ਅੱਲਾਹ ਤਾਲਾ ਸਬਰ ਦਾ ਫਲ ਬੜਾ ਮਿੱਠਾ ਹੈ। ਵੈਸੇ ਵੀ ਯਾਰ ਜਿਹੜਾ ਮਜ਼ਾ ਤੁਸੀਂ ਜ਼ਾਇਆ ਕਰਕੇ ਲੈਂਦੇ ਹੋ, ਆਪਣੇ ਜਿਸਮ ਦੇ ਉਹ ਕਤਰੇ ਜ਼ਾਇਆ ਕਰਕੇ ਲੈਂਦੇ ਹੋ, ਜੇ ਤੁਹਾਡੇ ਅੰਦਰ ਰਹਿਣ ਤੇ ਕਿੱਡਾ ਮਜ਼ਾ ਆਵੇ। ਇਹ ਸੋਚੋ, ਜਦੋਂ ਤੁਸੀਂ ਇਹ ਸੋਚ ਲਓਗੇ ਜ਼ਿਨਾ ਤੁਹਾਡੇ ਨੇੜੇ ਵੀ ਨਹੀਂ ਲੱਗੇਗਾ। ਇਹ ਜਿੰਨ ਜਾਨ ਪਾਕਿਸਤਾਨ ਜੀ, ਹਕੀਕਤ ਮੈਂ ਤੁਹਾਨੂੰ ਕਹਿ ਰਿਹਾ, ਮੇਰਾ ਆਪਣਾ ਤਜਰਬਾ। ਮੈਂ ਕਹਿੰਦਾ ਅਗਰ ਮੇਰੇ ਤਜਰਬੇ ਨਾਲ ਕਿਸੇ ਨੂੰ ਕੋਈ ਫਾਇਦਾ ਹੁੰਦਾ ਤੇ ਹੋ ਜਾਵੇ। ਖਾਸ ਕਰ ਸ਼ਾਦੀशुदा ਮਰਦਾਂ ਵਾਸਤੇ ਮੇਰੀ ਨਸੀਹਤ ਹੈਗੀ, ਜੇ ਮੇਰੇ ਭਰਾ ਹੋ, ਤੁਸੀਂ ਬੇਟਿਆਂ ਵਰਗੇ ਹੋ, ਜੈਸੇ ਵੀ ਹੋ, ਮੇਰੇ ਬਜ਼ੁਰਗ ਹੋ, ਜ਼ਨਾ ਨਾ ਕਰੋ। ਸ਼ਾਦੀशुदा ਹੋ ਗਏ, ਕੁਆਰੇ ਚਲੋ, ਮੇਰੇ ਕਹਿਣ ਦਾ ਮਤਲਬ ਹੈ ਕੁਆਰਿਆਂ ਨੂੰ ਹੈ ਕੋੜੇ ਮਾਰਨ ਦਾ ਹੁਕਮ, ਤੇ ਸ਼ਾਦੀशुदा ਨੂੰ ਤਾਂ ਸੰਸਾਰ ਕਰ ਦਿਓ। ਤੇ ਲਿਹਾਜ਼ਾ ਤੁਸੀਂ ਵੀ ਸਬਰ ਕਰੋ। ਇੱਕ ਮਜ਼ਾ ਜ਼ਾਇਆ ਕਰਕੇ ਤੁਹਾਨੂੰ ਆਂਦਾ, ਉਹ ਮਜ਼ਾ ਤੁਹਾਡੇ ਅੰਦਰ ਰਹੇਗਾ ਤੇ ਕੀ ਮਜ਼ਾ ਹੈ। ਇਹ ਜਿੰਨ ਜਾਨ ਪਾਕਿਸਤਾਨ ਜੀ, ਤੁਸੀਂ ਆਪਣੇ ਆਪ ਤੇ ਕੰਟਰੋਲ ਕਰੋ, ਅੱਲਾਹ ਤਾਲਾ ਤੁਹਾਨੂੰ ਸਬਰ ਦੇਗਾ। ਇਸ ਤੋਂ ਵੱਡਾ ਸਬਰ ਕੋਈ ਨਹੀਂ ਹੈਗਾ। ਕਿਉਂਕਿ ਅੱਲਾਹ ਕਹਿੰਦਾ ਨਾ, ਮੈਂ ਉਹਨਾਂ ਦੇ ਨਾਲ ਆ ਜਿਹੜੇ ਸਬਰ ਕਰਦੇ ਨੇ। ਉਹ ਐਸੇ ਹੀ ਕਰਕੇ ਕਹਿੰਦਾ ਕਿ ਆਪਣੇ ਨਫਸ ਤੇ ਕੰਟਰੋਲ ਕਰਨਾ ਸਭ ਤੋਂ ਵੱਡਾ ਜਹਾਦ ਹੈਗਾ ਜੀ, ਦੁਨੀਆ ਦਾ ਸਭ ਤੋਂ ਵੱਡਾ ਜਹਾਦ, ਆਪਣੇ ਨਫਸ ਤੇ ਕੰਟਰੋਲ ਕਰਨਾ। ਜੇ ਤੁਸੀਂ ਆਪਣੇ ਨਫਸ ਤੇ ਕੰਟਰੋਲ ਕਰ ਰਹੇ ਤੇ ਰੱਬ ਦੀ ਕਸਮ ਹੈ, ਅੱਲਾਹ ਤਾਲਾ ਦੀ ਨਜ਼ਰ 'ਚ ਤੁਹਾਡਾ ਮੁਕਾਮ ਹੀ ਵੱਖਰਾ ਹੈ। ਕਿਉਂਕਿ ਤੁਸੀਂ ਜਿਸਲੇ ਨਫਸ ਤੇ ਕੰਟਰੋਲ ਹੋਵੇ, ਹਫਸ ਤੇ ਆਟੋਮੈਟਿਕਲੀ ਹੋ ਜਾਂਦਾ। ਇਹੋ ਹੀ ਕੰਮ ਹੈਗਾ, ਜੇ ਨਫਸ ਤੇ ਕੰਟਰੋਲ ਕਰੋ। ਬਾਕੀ ਇਹ ਖੱਚ ਕਵੀਨ ਜਿਹੜੀ ਔਰਤ ਹੈ, ਇਹਨੇ ਆਪਣੇ ਨਫਸ ਤੇ ਕੰਟਰੋਲ ਨਹੀਂ ਕੀਤਾ, 14 ਸਾਲਾਂ ਦੀ ਉਮਰ 'ਚ ਗਰਾਜ 'ਚ ਵੜ ਗਈ। ਦੇਖੋ ਨਾ ਜਿੰਨ ਜਾਨ ਪਾਕਿਸਤਾਨ ਜੀ, ਫਿਰ 9 ਮਹੀਨੇ ਵਾਲਾ ਕੰਮ ਜਿਹੜਾ ਵਾ 4 ਮਹੀਨਿਆਂ 'ਚ ਕਰ ਦਿੱਤਾ। ਉਤੋਂ ਕਹਿੰਦੀ ਹੈ ਮੈਂ ਕੌਮ ਦੀ, ਮੈਂ ਮਾਂ ਵਾਂ ਕੌਮ ਦੀ। ਐਸੀ ਬਦਕਾਰ ਮਾਂ ਕਿਹਨੂੰ ਚਾਹੀਦੀ ਆ? ਓਏ ਦੱਸੋ, ਇਹ ਪਟਵਾਰੀਓ, ਤੁਹਾਨੂੰ ਇਹੋ ਜੀ ਮਾਂ ਚਾਹੀਦੀ ਹੈ? ਦੱਸੋ, ਆਓ ਮੇਰੇ ਸਾਹਮਣੇ ਆ ਕੇ ਕਹੋ ਕਿ ਹਾਂ ਸਾਨੂੰ ਚਾਹੀਦੀ ਹੈ। ਇਹ ਸੋਚੋ ਕਿ ਇਹ ਕਿੱਡੀ ਬਦਕਾਰ ਔਰਤ ਹੈ। ਤੇ ਮਾਂ ਬਣਨ ਟੁਰੀ ਹੈ ਤੇ ਨਾਨੀ ਹੈ, ਇਹਦੀ ਮਾਂ ਬਣਨੀ। ਉਹ ਮਾਦਰੇ ਮਿਲਤ ਨੂੰ ਸੋਚ ਰਹੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਕਫ ਕਰ ਦਿੱਤੀ ਹੈ, ਜਿਨ੍ਹਾਂ ਨੇ 1 ਰੁਪਈਆ ਕਿਸੇ ਦਾ ਨਜਾਇਜ਼ ਨਹੀਂ ਖਾਦਾ। ਤੂੰ ਤਾਂ ਖੋਤੀ ਹੈ, ਗਸ਼ਤੀ ਹੈ, ਸਾਰਾ ਕੁਝ ਹੀ ਨਜਾਇਜ਼ ਖਾ ਰਹੀ ਹੈ। ਜੋ ਤੂੰ ਬ੍ਰਾਈਡਲ ਸੂਟ ਤੇ ਕੱਪੜੇ ਤੇ ਜੁੱਤੀਆਂ ਤੇ ਕੋਟ ਤੇ ਪਤਾ ਨਹੀਂ ਕੀ ਪਾਣੀ ਹੈ। ਇਹ ਤੇ ਜਿੰਨ ਜਾਨ ਜੀ ਇਹਨਾਂ ਦੀ ਬੰਬ ਹੋ ਗਈ ਹੈ। ਅੱਲਾਹ ਪਾਕ ਦੀ ਕਸਮ ਹੈ, ਇਹ ਤੇ ਇਹਨਾਂ ਦਾ ਸਾਰਾ ਕਰਤੂਤਾ ਪਤਾ ਲੱਗ ਗਈਆਂ। ਨਹੀਂ ਤੇ ਇਹਨੂੰ ਇੰਗਲੈਂਡ 'ਚ ਉਸਲੇ ਦੇਖੋ ਜਿਸਲੇ ਇਹਨਾਂ ਦਾ ਕੀ ਲਿਬਾਸ ਸੀ ਇਹਦਾ। ਜਿੰਨ ਜਾਨ ਪਾਕਿਸਤਾਨ ਜੀ, ਅੱਲਾਹ ਤਾਲਾ ਮੇਰੇ ਪਾਕਿਸਤਾਨ ਨੂੰ ਆਪਣੀ ਹਿਫਜ਼ੋ ਈਮਾਨ 'ਚ ਰੱਖੇ। ਅੱਲਾਹ ਤਾਲਾ ਮੇਰੇ ਪਾਕਿਸਤਾਨ ਦੀ ਹਿਫਾਜ਼ਤ ਫਰਮਾਵੇ। ਅੱਲਾਹ ਤਾਲਾ ਇਹਨਾਂ ਚੋਰਾਂ, ਡਾਕੂਆਂ, ਲੁਟੇਰਿਆਂ ਕੋਲੋਂ ਮੇਰੇ ਪਾਕਿਸਤਾਨ ਨੂੰ ਬਚਾਵੇ। ਜਿੰਨ ਜਾਨ ਪਾਕਿਸਤਾਨ ਜ਼ਿੰਦਾਬਾਦ। ਜਿੰਨ ਜਾਨ ਪਾਕਿਸਤਾਨ ਦੀ ਆਵਾਮ ਜ਼ਿੰਦਾਬਾਦ। ਜਿੰਨ ਜਾਨ ਪਾਕਿਸਤਾਨ ਜੀ ਮੇਰੀ ਫਿਲਮ ਆ ਰਹੀ ਹੈ, ਅੱਜ ਹੀ ਸ਼ਾਇਦ ਰਿਲੀਜ਼ ਹੋ ਜਾਵੇ, ਅਪਲੋਡ ਸ਼ੁਰੂ ਕੀਤੀ ਤੇ ਉਹ ਜ਼ਰੂਰ ਦੇਖੋ, ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ। ਗੁਲਾਮ ਮੁस्तफा। अस्सलाम वालेकुम जिन जान पाकिस्तान जी। ओए गोली क्यों चलाई यू?